बहुत ही प्यारे विद्यार्थियों, ਜਿਹੜਾ ਆਪਾਂ ਅੱਜ ਲੈਸਨ ਪੜ੍ਹਨ ਜਾ ਰਹੇ ਹਾਂ ਉਹ ਹੈ ਦ ਹੋਮ ਕਮਿੰਗ। ਜਿਹੜਾ ਇਹ ਸਟੋਰੀ ਹੈ ਇਹ ਰਵਿੰਦਰਨਾਥ ਟੈਗੋਰ ਜੀ ਦੁਆਰਾ ਲਿਖੀ ਹੋਈ ਹੈ। ਇਸ ਕਹਾਣੀ ਦੇ ਵਿੱਚ ਇੱਕ ਫਟਿਕ ਨਾਮ ਦਾ ਲੜਕਾ ਹੈ, ਇੱਕ ਉਹਦਾ ਭਰਾ ਮਾਖਨ ਹੈ, ਇੱਕ ਉਹਦੀ ਮਾਂ ਹੈ, ਇੱਕ ਉਹਦਾ ਮਾਮਾ ਹੈ, ਇੱਕ ਉਹਦੀ ਮਾਮੀ ਹੈ ਅਤੇ 3 ਹੋਰ ਲੜਕੇ ਨੇ ਜਿਹੜੇ ਉਹਦੇ ਮਾਮੇ ਦੇ ਮੁੰਡੇ ਨੇ। ਸੋ ਇਹ ਸਾਰੇ ਪਾਤਰ ਨੇ ਜਿਹੜੇ ਉਹ ਇਸ ਕਹਾਣੀ ਦੇ ਵਿੱਚ ਨੇ। ਪਰ ਜਿਹੜਾ ਇਸ ਕਹਾਣੀ ਦਾ ਮੁੱਖ ਪਾਤਰ ਹੈ ਉਹ ਫਟਿਕ ਨਾਮ ਦਾ ਇੱਕ ਲੜਕਾ ਹੈ ਜਿਹੜਾ ਆਪਣੇ ਪਿੰਡ 'ਚ ਰਹਿ ਰਿਹਾ ਹੈ ਆਪਣੇ ਭਰਾ ਦੇ ਨਾਲ ਅਤੇ ਆਪਣੀ ਮਾਂ ਦੇ ਨਾਲ। ਇਹ 14 ਸਾਲ ਦਾ ਲੜਕਾ ਹੈ, ਬੜਾ ਸ਼ਰਾਰਤੀ ਹੈ, ਬੜਾ ਝਗੜਾਲੂ ਹੈ ਅਤੇ ਆਪਣੇ ਜਿਹੜੇ ਹਾਣ ਦੇ ਲੜਕੇ ਨੇ ਉਹਨਾਂ ਦਾ ਰਿੰਗ ਲੀਡਰ ਹੈ। ਇਸ ਦਾ ਦਿਮਾਗ ਬੜਾ ਜਿਹੜਾ ਵਾ ਉਹ ਫਰਟਾਈਲ ਮਾਈਂਡਡ ਇਹ ਬੱਚਾ ਹੈ ਅਤੇ ਇਹ ਜਿਹੜੀ ਮਾਂ ਇਹਦੀ ਉਹ ਇਹਦੀਆਂ ਲੜਾਈਆਂ ਤੋਂ, ਇਹਦੇ ਝਗੜਿਆਂ ਤੋਂ ਬੜੀ ਤੰਗ ਆ ਚੁੱਕੀ ਹੈ। ਸੋ ਇਸ ਕਹਾਣੀ ਨੂੰ ਆਪਾਂ ਜਿਹੜਾ ਵਾ ਉਹ ਹੁਣ ਪੜ੍ਹਨ ਦੀ ਕੋਸ਼ਿਸ਼ ਕਰਾਂਗੇ। ਤੁਹਾਡੀ 10ਵੀਂ ਕਲਾਸ ਦਾ ਜਿਹੜਾ ਮੇਨ ਕੋਰਸ ਬੁੱਕ ਹੈ ਉਸ ਦੇ ਵਿੱਚ ਇਹ ਕਹਾਣੀ ਸ਼ਾਮਲ ਹੈ, ਬੜੀ ਇੰਪੋਰਟੈਂਟ ਸਟੋਰੀ ਹੈ। ਸੋ ਆਪਾਂ ਕਹਾਣੀ ਬਾਰੇ ਥੋੜ੍ਹੀ ਡਿਸਕਸ ਕਰਦੇ ਹਾਂ ਪਹਿਲਾਂ, ਉਸ ਤੋਂ ਬਾਅਦ ਆਪਾਂ ਇਹਦੀ ਐਕਸਰਸਾਈਜ਼ ਦੇ ਬਾਰੇ ਵੀ ਜਿਹੜੀ ਆ ਉਹ ਵੀਡੀਓ 'ਚ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹ ਐਕਸਰਸਾਈਜ਼ ਕਰਨੀ ਹੈ। ਸੋ ਆਪਾਂ ਸ਼ੁਰੂ ਕਰਦੇ ਹਾਂ ਕਹਾਣੀ ਕਿ ਫਟਿਕ ਨਾਂ ਦਾ ਲੜਕਾ ਜਿਹੜਾ ਹੈ ਉਹ ਬੜਾ ਸ਼ਰਾਰਤੀ ਹੈ। ਸੋ ਇੱਕ ਦਿਨ ਕੀ ਹੈ ਕਿ ਉਹ ਇੱਕ ਨਦੀ ਦੇ ਕਿਨਾਰੇ ਬੈਠਾ ਹੈ ਆਪਣੇ ਦੋਸਤਾਂ ਦੇ ਨਾਲ ਅਤੇ ਉੱਥੇ ਇੱਕ ਲੱਕੜ ਦਾ ਬੜਾ ਵੱਡਾ ਲੌਗ, ਬੜੀ ਵੱਡੀ ਲੱਕੜ ਜਿਹੜੀ ਹੈ ਉੱਥੇ ਪਈ ਹੋਈ ਹੈ। ਸੋ ਆਪਣੇ ਉਹ ਸਾਥੀਆਂ ਨੂੰ ਕਹਿ ਰਿਹਾ ਹੈ ਕਿ ਇਸ ਲੱਕੜ ਨੂੰ ਆਪਾਂ ਚੁੱਕ ਕੇ ਨਦੀ 'ਚ ਸੁੱਟ ਦਈਏ। ਨਦੀ 'ਚ ਕਿਉਂ ਸੁੱਟ ਦਈਏ? ਤਾਂ ਜੋ ਜਿਹੜਾ ਦਾ ਮਾਲਕ ਹੈ ਇਸ ਲੱਕੜ ਦਾ, ਜਦੋਂ ਉਹ ਆਏਗਾ ਤਾਂ ਉਹ ਵੇਖ ਕੇ ਬੜਾ ਹੈਰਾਨ ਹੋਏਗਾ, ਬੜਾ ਦੁਖੀ ਹੋਏਗਾ। ਸੋ ਉਸ ਦੇ ਦੁੱਖ ਨੂੰ ਆਪਾਂ ਇੰਜੋਏ ਕਰਾਂਗੇ। ਸੋ ਉਸ ਦੇ ਦੁੱਖ ਨੂੰ ਜਿਹੜਾ ਹੈ ਉਹ ਆਪਾਂ ਉਹਦੇ ਵਿੱਚੋਂ ਮਨੋਰੰਜਨ ਲੱਭਣ ਦੀ ਕੋਸ਼ਿਸ਼ ਕਰਦੇ ਆ ਉਹ ਬੱਚੇ। ਉੱਥੇ ਉਹਦਾ ਭਰਾ ਜਿਹੜਾ ਹੈ ਮਾਖਨ ਨਾਂ ਦਾ ਬੱਚਾ, ਉਹ ਉੱਥੇ ਉਸ ਲੱਕੜ 'ਤੇ ਆ ਕੇ ਬੈਠ ਜਾਂਦਾ ਹੈ। ਫਟਿਕ ਉਸ ਨੂੰ ਕਹਿੰਦਾ ਹੈ ਕਿ ਤੂੰ ਇਸ ਲੱਕੜ ਤੋਂ ਉੱਠ ਜਾ, ਅਸੀਂ ਇਸ ਲੱਕੜ ਨੂੰ ਸੁੱਟਣਾ ਹੈ ਨਦੀ ਦੇ ਵਿੱਚ। ਪਰ ਉਹ ਬੱਚਾ ਨਹੀਂ ਉੱਠਦਾ। ਸੋ ਉੱਥੇ ਜਿਹੜਾ ਉਹ ਆਪਣੇ ਭਰਾ ਦੇ ਨਾਲ ਕਾਫੀ ਬਹਿਸਬਾਜ਼ੀ ਕਰਦਾ ਹੈ ਪਰ ਉਹ ਬੱਚਾ ਨਹੀਂ ਉੱਠਦਾ। ਸੋ ਉਹ ਆਪਣੇ ਦੋਸਤਾਂ ਨੂੰ ਕਹਿੰਦਾ ਹੈ ਕਿ ਚੁੱਕ ਕੇ ਭਰਾ ਦੇ ਸਮੇਤ ਹੀ ਜਿਹੜੀ ਲੱਕੜ ਹੈ ਉਹ ਤੁਸੀਂ ਸੁੱਟ ਦਿਓ ਨਦੀ ਦੇ ਵਿੱਚ। ਇੱਥੇ ਜਿਹੜੀ ਗੱਲਬਾਤ ਹੈ ਕਾਫੀ ਤਕਰਾਰ ਵਾਲੀ ਹੁੰਦੀ ਹੈ ਦੋਵਾਂ ਭਰਾਵਾਂ ਦੇ ਵਿੱਚ। ਸੋ ਹੁਣ ਜਦੋਂ ਉਹ ਸੁੱਟਦੇ ਨੇ ਤਾਂ ਉਸ ਨੂੰ ਪਤਾ ਹੈ ਕਿ ਇਸ ਦਾ ਜਿਹੜਾ ਸਿੱਟਾ ਹੈ ਉਹ ਬੜਾ ਗੰਭੀਰ ਨਿਕਲਣ ਵਾਲਾ ਹੈ, ਕਿਉਂਕਿ ਇਸ ਦੀ ਮਾਂ ਜਿਹੜੀ ਹੈ ਉਹ ਉਸ ਨੂੰ ਡਾਂਟੇਗੀ ਘਰ ਗਏ ਨੂੰ। ਉੱਥੇ ਬੈਠਾ ਹੈ, ਅਚਾਨਕ ਉੱਥੋਂ ਇੱਕ ਜਿਹੜੀ ਕਿਸ਼ਤੀ ਉੱਪਰੋਂ ਇੱਕ ਬੰਦਾ ਉਤਰਦਾ ਹੈ ਜਿਹੜਾ ਮੁੱਛਾਂ ਉਹਦੀਆਂ ਕਾਲੀਆਂ ਨੇ ਅਤੇ ਉਹਦੇ ਜਿਹੜੇ ਸਿਰ ਦੇ ਵਾਲ ਨੇ ਉਹ ਚਿੱਟੇ ਹੋਏ ਨੇ। ਉਹ ਆ ਕੇ ਇਸ ਨੂੰ ਪੁੱਛਦਾ ਹੈ ਫਟਿਕ ਨੂੰ ਕਿ ਮੈਂ ਚੱਕਰਵਰਤੀ ਜਿਹੜਾ ਫੈਮਿਲੀ ਹੈ ਉਹਦੇ ਘਰ ਜਾਣਾ ਹੈ, ਕਿਰਪਾ ਕਰਕੇ ਦੱਸੋ ਮੈਨੂੰ ਕਿ ਉਹਦਾ ਘਰ ਕਿੱਥੇ ਹੈ। ਅਸਲ 'ਚ ਘਰ ਉਹ ਇਹਨਾਂ ਦਾ ਹੀ ਹੈ ਪਰ ਇਹ ਉਸ ਨੂੰ ਕੁਛ ਨਹੀਂ ਦੱਸਦਾ ਕਿ ਉਹ ਕਿੱਥੇ ਘਰ ਹੈ ਜਾਂ ਕੀ ਹੈ। ਉਹ ਕਹਿੰਦਾ ਕਿ ਅੱਗੇ ਜਾ ਕੇ ਪੁੱਛ ਲਓ। ਸੋ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਜਵਾਬ ਦੇਣ ਤੋਂ ਜਿਹੜਾ ਹੈ ਉਹ ਨਾ ਕਰ ਦਿੰਦਾ ਹੈ, ਸਗੋਂ ਅੱਗੋਂ ਬਦ ਜ਼ੁਬਾਨੀ ਜਿਹੜੀ ਹੈ ਉਹਦੇ ਨਾਲ ਕਰਦਾ ਹੈ। ਕੁਝ ਸਮੇਂ ਬਾਅਦ ਜਿਹੜਾ ਨੌਕਰ ਹੈ ਇਹਨਾਂ ਦਾ ਉਹ ਇੱਥੇ ਆ ਕੇ ਇਹਨੂੰ ਕਹਿੰਦਾ ਹੈ ਕਿ ਤੇਰੀ ਮਾਂ ਤੈਨੂੰ ਘਰ ਬੁਲਾ ਰਹੀ ਹੈ, ਤੂੰ ਘਰ ਆ। ਪਰ ਫਟਿਕ ਜਿਹੜਾ ਹੈ ਉਹ ਆਪਣੇ ਨੌਕਰ ਦੀ ਗੱਲ ਨਹੀਂ ਸੁਣਦਾ, ਉਸਨੂੰ ਵੀ ਉਹ ਭੇਜ ਦਿੰਦਾ ਹੈ ਕਿ ਤੂੰ ਜਾ, ਮੈਂ ਆਪੇ ਆ ਜਾਊਂਗਾ ਜਦੋਂ ਮੇਰਾ ਦਿਲ ਕਰੇਗਾ। ਉਹ ਵੀ ਚਲੇ ਜਾਂਦਾ ਹੈ। ਉਹ ਫਿਰ ਕੁਝ ਸਮੇਂ ਬਾਅਦ ਫਟਿਕ ਘਰ ਜਾਂਦਾ ਹੈ। ਉਸਦੀ ਮਾਂ ਕਹਿੰਦੀ ਹੈ ਕਿ ਤੂੰ ਆਪਣੇ ਭਰਾ ਨਾਲ ਲੜਿਆ ਹੈ, ਮਾਖਣ ਨਾਲ ਲੜਿਆ ਹੈ। ਪਰ ਇਹ ਕਹਿੰਦਾ ਕਿ ਮੈਂ ਲੜਿਆ ਨਹੀਂ। ਅਸਲ 'ਚ ਮਾਖਣ ਨੇ ਝੂਠ ਮਾਰਿਆ ਹੁੰਦਾ ਹੈ ਕਿ ਮੈਨੂੰ ਉਹਨੇ ਕੁੱਟਿਆ ਹੈ। ਕੁੱਟਿਆ ਨਹੀਂ ਹੁੰਦਾ, ਆਪਾਂ ਜਿਸ ਤਰ੍ਹਾਂ ਪਹਿਲਾਂ ਵੀ ਇਸ ਨੂੰ ਡਿਸਕਸ ਕੀਤਾ ਹੈ, ਸਿਰਫ ਇੱਕ ਗੱਲਬਾਤ ਹੋਈ ਹੁੰਦੀ ਹੈ ਜਾਂ ਥੋੜ੍ਹੀ ਝਗੜੇ ਦੇ ਰੂਪ ਦੇ ਵਿੱਚ। ਪਰ ਉਹਦੀ ਮਾਂ ਜਿਹੜੀ ਹੈ ਉਹ ਆਪਣੇ ਛੋਟੇ ਮੁੰਡੇ ਦਾ ਜਿਹੜਾ ਵਾ ਉਹ ਸਾਥ ਦਿੰਦੀ ਹੈ, ਵੱਡੇ ਦੀ ਉਹ ਗੱਲ ਨਹੀਂ ਕਰਦੀ। ਇਸ ਵਾਸਤੇ ਜਿਹੜਾ ਮਾਖਣ ਹੈ ਉਸ ਨੂੰ ਕਾਫੀ ਜਿਹੜਾ ਵਾ ਉਹਨੇ ਜਿਵੇਂ ਆਪਾਂ ਕਹੀਏ ਕਿ ਸਿਰ 'ਤੇ ਚੜ੍ਹਾ ਰੱਖਿਆ ਹੈ, ਪਰ ਵੱਡੇ ਦੀ ਉਹ ਗੱਲ ਨਹੀਂ ਸੁਣਦੀ। ਸੋ ਇੱਥੇ ਫਟਿਕ ਨੂੰ ਵੀ ਗੁੱਸਾ ਆਉਂਦਾ, ਆਪਣੀ ਮਾਂ ਦੇ ਨਾਲ ਲੜਨ ਦੀ ਕੋਸ਼ਿਸ਼ ਕਰਦਾ ਹੈ ਅਤੇ ਲੜਦਾ ਵੀ ਹੈ। ਲੜ ਰਿਹਾ ਹੁੰਦਾ ਹੈ ਤਾਂ ਅਚਾਨਕ ਜਦੋਂ ਉਹ ਜਿਹੜਾ ਬਿਸ਼ੰਬਰ ਨਾਮ ਦਾ ਮਾਮਾ ਇਹਨਾਂ ਦਾ ਹੈ ਉਹ ਇੱਥੇ ਆ ਜਾਂਦਾ ਹੈ ਮੌਕੇ 'ਤੇ। ਉਹਦੀ ਮਾਂ ਲੜ ਰਹੀ ਹੈ। ਅਚਾਨਕ ਜਿਹੜੀ ਦਾ ਗੁੱਸਾ ਹੈ ਉਹ ਹੈਰਾਨੀ 'ਚ ਬਦਲ ਜਾਂਦਾ ਹੈ। ਉਹਨੂੰ ਕਹਿੰਦੀ ਹੈ, ਦਾਦਾ ਤੂੰ ਇੱਥੇ ਕਿਸ ਤਰ੍ਹਾਂ? ਸੋ ਇਹ ਉਹਦਾ ਭਰਾ ਹੈ ਉਸਦੀ ਮਾਂ ਦਾ, ਜਿਹੜਾ ਕਾਫੀ ਸਮਾਂ ਪਹਿਲਾਂ ਉਸਦੇ ਵਿਆਹ ਤੋਂ ਪਹਿਲਾਂ ਚਲੇ ਗਿਆ ਸੀ ਘਰੋਂ ਅਤੇ ਉਹ ਕਿਤੇ ਜਾ ਕੇ ਆਪਣਾ ਕਾਰੋਬਾਰ ਕਰਨ ਲੱਗ ਪਿਆ ਸੀਗਾ। ਸੋ ਉਸ ਨੂੰ ਇਹ ਹੈਰਾਨੀ ਭਰੀ ਖੁਸ਼ੀ ਵੀ ਹੁੰਦੀ ਹੈ ਆਪਣੇ ਭਰਾ ਦੀ ਇੱਥੇ ਆਉਣ 'ਤੇ, ਅਤੇ ਕਿਉਂਕਿ ਉਸਦਾ ਜਿਹੜਾ ਫਟਿਕ ਦਾ ਬਾਪ ਹੈ ਉਹ ਮਰ ਚੁੱਕਾ ਸੀ। ਸੋ ਉਸ ਨੂੰ ਪੁੱਛਦਾ ਹੈ ਉਹਦਾ ਭਰਾ ਕਿ ਤੂੰ ਕਿਸ ਤਰ੍ਹਾਂ ਜਿਹੜਾ ਹੈ ਉਹ ਸਾਰਾ ਗੁਜ਼ਾਰਾ ਕਰਦੀ ਹੈ। ਸੋ ਉਸ ਨੂੰ ਸਾਰਾ ਕੁਝ ਦੱਸਦੀ ਹੈ ਕਿ ਕਿਵੇਂ ਕਿਵੇਂ ਉਹ ਆਪਣਾ ਜਿਹੜਾ ਗੁਜ਼ਾਰਾ ਉਹ ਕਰ ਰਹੀ ਹੈ। ਸੋ ਫਿਰ ਪੁੱਛਦਾ ਹੈ, ਹੌਲੀ ਹੌਲੀ ਦਿਨ ਬੀਤਦੇ ਜਾਂਦੇ ਨੇ। ਫਿਰ ਇੱਕ ਦਿਨ ਪੁੱਛਦਾ ਹੈ ਕਿ ਤੂੰ ਜੇ ਕਵੇਂ ਤਾਂ ਮੈਂ ਜਿਹੜਾ ਆਪਣਾ ਫਟਿਕ ਹੈ ਇਸ ਨੂੰ ਕਲਕੱਤੇ ਆਪਣੇ ਨਾਲ ਲੈ ਜਾਵਾਂ ਤਾਂ ਜੋ ਉੱਥੇ ਨੂੰ ਕਿ ਚੰਗੇ ਸਕੂਲ 'ਚ ਪਾ ਕੇ ਇਹਦੀ ਪੜ੍ਹਾਈ ਕਰਾ ਸਕਾਂ। ਹੁਣ ਉਹ ਜਿਹੜੀ ਮਾਂ ਹੈ ਉਹ ਵੀ ਇਸ ਚੀਜ਼ ਦੇ ਵਿੱਚ ਇਹਦੇ ਹੱਕ 'ਚ ਹੈ ਕਿ ਚਲੋ ਵਧੀਆ ਹੈ ਜੇਕਰ ਮੇਰਾ ਬੇਟਾ ਉੱਥੇ ਚਲਾ ਜਾਵੇ, ਇੱਕ ਤਾਂ ਮੈਨੂੰ ਸੁੱਖ ਦਾ ਸਾਹ ਆਵੇਗਾ, ਦੂਜੇ ਦੋਵੇਂ ਭਰਾ ਲੜਦੇ ਰਹਿੰਦੇ ਨੇ
ਤੇ ਇਹ ਜਿਹੜਾ ਉਹਨਾਂ ਦੋਹਾਂ ਦਾ ਜਿਹੜਾ ਪਿਆਰ ਹੈ, ਮੈਨੂੰ ਲੱਗਦਾ ਹੈ ਕਿ ਸ਼ਾਇਦ ਦੋਹਾਂ 'ਚ ਪਿਆਰ ਨਹੀਂ ਹੈ। ਸੋ ਸ਼ਾਇਦ ਜਿਹੜਾ ਇਹ ਵੀ ਇੱਕ ਲੜਾਈ ਦਾ ਕਾਰਨ ਹੈ। ਸੋ ਉਹਦੀ ਮਾਂ ਵੀ ਚਾਹੁੰਦੀ ਹੈ ਕਿ ਇਹ ਬੱਚਾ ਇੱਥੋਂ ਚਲਾ ਜਾਵੇ ਤਾਂ ਜੋ ਇਹ ਕੁਛ ਜ਼ਿੰਦਗੀ 'ਚ ਬਣ ਜਾਵੇ, ਪਰ ਉਹਦੀਆਂ ਮਾਂ ਦੀਆਂ ਕੁਝ ਗਲਤ ਧਾਰਨਾਵਾਂ ਵੀ ਨੇ ਆਪਣੇ ਇਸ ਮੁੰਡੇ ਬਾਰੇ, ਕਿਉਂਕਿ ਛੋਟੇ ਨੂੰ ਚੰਗਾ ਸਮਝਦੀ ਹੈ ਤੇ ਵੱਡੇ ਨੂੰ ਸ਼ਰਾਰਤੀ ਝਗੜਾਲੂ ਸਮਝਦੀ ਹੈ। ਹੁਣ ਕਹਾਣੀ ਇੱਥੇ ਮੋੜ ਲੈਂਦੀ ਹੈ ਕਿ ਜਦੋਂ ਬੱਚੇ ਨੂੰ ਨਾਲ ਲੈ ਜਾਂਦੇ ਨੇ ਕਲਕੱਤੇ ਮਾਮਾ ਆਪਣੇ ਪਰਿਵਾਰ ਦੇ ਵਿੱਚ, ਅੱਗੇ ਜਾ ਕੇ ਮਾਮੀ ਜਿਹੜੀ ਹੈ ਉਹ ਉਸਦਾ ਬਿਲਕੁਲ ਵੀ ਸਵਾਗਤ ਨਹੀਂ ਕਰਦੀ। ਮਾਮੀ ਸਗੋਂ ਨਾਰਾਜ਼ ਹੈ ਆਪਣੇ ਪਤੀ ਦੇ ਨਾਲ। ਮਾਮੀ ਪਰੇਸ਼ਾਨ ਹੈ ਕਿ ਪਹਿਲਾਂ ਹੀ ਮੇਰੇ 3 ਬੱਚੇ ਨੇ, ਇੱਕ ਮੇਰਾ ਪਤੀ ਹੈ, ਇੱਕ ਮੈਂ, ਅਸੀਂ 5 ਪਰਿਵਾਰ ਦੇ ਜੀ ਹਾਂ। 6ਵਾਂ ਇੱਕ ਇਹ ਨਾਲ ਆ ਰਲਿਆ ਜਿਹੜਾ ਪੇਂਡੂ ਹੈ, ਗੰਵਾਰ ਹੈ, ਜਿਹੜਾ ਬੇਅਕਲ ਹੈ, ਜਿਸ ਨੂੰ ਕੋਈ ਸਮਝ ਨਹੀਂ ਹੈ ਦੁਨੀਆਦਾਰੀ ਦੀ। ਇਸ ਨੂੰ ਅਸੀਂ ਆਪਣੇ ਪਰਿਵਾਰ ਦੇ ਵਿੱਚ ਰੱਖਣਾ ਸਾਡੇ ਵਾਸਤੇ ਬੜਾ ਔਖਾ ਹੈ। ਸੋ ਉਹ ਮਾਮੇ ਨਾਲ ਲੜਦੀ ਵੀ ਹੈ, ਮਾਮੇ ਨੂੰ ਕਹਿੰਦੀ ਵੀ ਹੈ ਬੁਰਾ ਭਲਾ ਵੀ ਤੂੰ ਇਸ ਨੂੰ ਕਿਉਂ ਨਾਲ ਲੈ ਕੇ ਆਇਆ। ਪਰ ਖੈਰ ਜਿਹੜਾ ਮਾਮਾ ਹੈ ਉਹ ਉਸ ਨੂੰ ਕਹਿੰਦਾ ਕਿ ਉਹ ਇੱਥੇ ਪੜ੍ਹੇਗਾ, ਆਪਣੇ ਕੋਲ ਇੱਥੇ ਰਹੇਗਾ। ਪਰ ਮਾਮੀ ਆਪਣੇ ਮਨ ਦੇ ਵਿੱਚ ਉਸ ਦੇ ਬਾਰੇ ਇੱਕ ਬੜਾ ਵੱਡਾ ਵੈਰ ਦੀ ਭਾਵਨਾ ਜਿਹੜੀ ਹੈ ਉਹ ਰੱਖਦੀ ਹੈ ਇਸ ਬੱਚੇ ਪ੍ਰਤੀ। ਹੌਲੀ ਹੌਲੀ ਜਿਵੇਂ ਉਹ ਸਕੂਲ ਜਾਣ ਲੱਗ ਪੈਂਦਾ ਹੈ, ਉਹ ਉੱਥੇ ਸਕੂਲੇ ਜਾ ਕੇ ਪੜ੍ਹਦਾ ਹੈ। ਪਰ ਹਕੀਕਤ ਇਹ ਹੈ ਕਿ ਉਹ ਸਾਰੇ ਜਿਹੜੇ ਬੱਚੇ ਸਕੂਲ 'ਚ ਪੜ੍ਹਦੇ ਨੇ ਉਹ ਸਾਰਿਆਂ ਨਾਲੋਂ ਜਿਹੜਾ ਵਾ ਉਹ ਪਛੜਿਆ ਹੋਇਆ ਬੱਚਾ ਹੈ। ਅਧਿਆਪਕ ਵੀ ਇਸ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਇਸ ਦੇ ਸਮਝ ਦੇ ਵਿੱਚ, ਇਸ ਦੇ ਦਿਮਾਗ ਦੇ ਵਿੱਚ ਕੋਈ ਵੀ ਗੱਲ ਨਹੀਂ ਪੈਂਦੀ। ਜਿਹੜੇ ਇਸ ਦੇ ਮਾਮੇ ਦੇ ਮੁੰਡੇ ਨੇ ਉਹ ਵੀ ਇਸ ਨੂੰ ਗੰਵਾਰ ਸਮਝਦੇ ਆ, ਪੇਂਡੂ ਸਮਝਦੇ ਆ। ਉਹ ਵੀ ਸਮਝਦੇ ਆ ਕਿ ਇਹ ਬਿਲਕੁਲ ਵੀ ਬੇਅਕਲ ਬੰਦਾ ਹੈ, ਇਸ ਨੂੰ ਕਿਸੇ ਚੀਜ਼ ਦੀ ਕੋਈ ਸਮਝ ਨਹੀਂ। ਸੋ ਉਹ ਵੀ ਇਹਨੂੰ ਨਫ਼ਰਤ ਕਰਦੇ ਨੇ। ਮਾਮੀ ਵੀ ਜਿਹੜੀ ਆ ਇਹਦੇ ਨਾਲ ਈਰਖਾ ਰੱਖਦੀ ਹੈ, ਨਫ਼ਰਤ ਰੱਖਦੀ ਹੈ, ਅਤੇ ਮਾਮੇ ਦੇ ਬੱਚੇ ਜਿਹੜੇ ਆ ਉਹ ਵੀ ਇਹਦੇ ਨਾਲ ਜਿਹੜੀ ਹੈ ਉਹ ਨਫ਼ਰਤ ਰੱਖਦੇ ਆ। ਸੋ ਇੱਥੇ ਹੁਣ ਫਟਿਕ ਦੇ ਮਨ ਦੇ ਵਿੱਚ ਇੱਕ ਫਿਰ ਜਿਹੜੀ ਇੱਕ ਇਹ ਉਮਰ ਜਿਹੜੀ ਹੈ 14 ਸਾਲ ਦਾ ਬੱਚਾ, ਜਿਸ ਤਰ੍ਹਾਂ ਆਪਾਂ ਹੁਣੇ ਡਿਸਕਸ ਕਰਕੇ ਹਟੇ ਹਾਂ ਕਿ 14 ਸਾਲ ਦੀ ਜਿਹੜੀ ਉਮਰ ਹੈ ਉਹ ਉਮਰ ਹੈ ਜਦੋਂ ਬੱਚਾ ਨਾ ਤਾਂ ਬੱਚਾ ਹੈ ਅਤੇ ਨਾ ਹੀ ਉਹ ਜਵਾਨ ਹੈ, ਨਾ ਤਾਂ ਉਹ ਬਿਲਕੁਲ ਹਾਲੇ ਉਸਦੀ ਜਿਵੇਂ ਛੋਟਾ ਬੱਚਾ ਹੈ ਕਿਊਟ ਜਿਹਾ, ਜਾਂ ਛੋਟੀ ਉਮਰ ਦੇ ਬੱਚੇ ਜਿਵੇਂ ਹੁੰਦੇ ਆ, ਸਾਰੇ ਪੇਰੈਂਟਸ ਜਾਂ ਸਾਰੇ ਰਿਸ਼ਤੇਦਾਰ ਉਹਨੂੰ ਪਿਆਰ ਕਰਦੇ ਨੇ। ਸੋ ਇਹ ਉਸ ਉਮਰ 'ਚੋਂ ਲੰਘ ਚੁੱਕਾ ਹੈ, ਪਰ ਇਹ ਹਾਲੇ ਜਵਾਨ ਵੀ ਨਹੀਂ ਹੋਇਆ ਕਿ ਇਸ ਦੀਆਂ ਗੱਲਾਂ ਨੂੰ ਜਾਂ ਇਸ ਦੀਆਂ ਸਲਾਹਾਂ ਨੂੰ ਕੋਈ ਮੰਨ ਸਕੇ। ਸੋ ਇਸ ਉਮਰ ਦੇ ਵਿੱਚ ਆਪਣੇ ਬੱਚੇ ਨੂੰ ਸਮਝਣਾ ਜਿਹੜਾ ਵਾ ਉਹ ਸਭ ਤੋਂ ਵੱਡਾ ਸਾਡੇ ਵਾਸਤੇ ਇੱਕ ਇਹ ਲੋੜ ਜਿਹੜੀ ਹੈ ਉਹ ਬਣ ਜਾਂਦੀ ਹੈ। ਪਰ ਹਕੀਕਤ ਇਹ ਹੈ ਕਿ ਉਹ ਜਿਹੜੇ ਪੇਰੈਂਟਸ ਨੇ ਉਹ ਉਸ ਉਮਰ 'ਚ ਬੱਚੇ ਨੂੰ ਬੱਚੇ ਸਮਝਦੇ ਨੇ, ਪਰ ਲੱਗ ਰਿਹਾ ਹੁੰਦਾ ਕਿ ਜਿਵੇਂ ਬੱਚੇ ਦੀ ਆਵਾਜ਼ ਬਦਲਦੀ ਹੈ, ਬੱਚੇ ਦਾ ਚਿਹਰਾ ਬਦਲਦਾ, ਬੱਚੇ ਦਾ ਸਰੀਰਕ ਆਕਾਰ ਬਦਲਦਾ ਹੈ, ਬੱਚੇ ਦੀਆਂ ਆਦਤਾਂ ਬਦਲਦੀਆਂ ਨੇ, ਬੱਚੇ ਦੀ ਸੋਚ ਬਦਲਦੀ ਹੈ। ਸੋ ਇਹ ਸਾਰਾ ਕੁਛ ਜਿਹੜਾ ਵਾ ਉਹ ਉਸਦੇ ਪੇਰੈਂਟਸ ਨੂੰ ਜਾਂ ਰਿਸ਼ਤੇਦਾਰਾਂ ਨੂੰ ਹਾਲੇ ਉਹ ਚੀਜ਼ ਪਹੁੰਚਾਉਣੀ ਬੜੀ ਔਖੀ ਹੋ ਜਾਂਦੀ ਹੈ, ਕਿਉਂਕਿ ਜੇ ਬੱਚਾ ਉਸ ਸਲਾਹ ਵੀ ਦੇ ਰਿਹਾ ਹੁੰਦਾ ਹੈ ਤਾਂ ਵੀ ਉਸ ਦੀ ਸਲਾਹ ਨਹੀਂ ਮੰਨੀ ਜਾ ਰਹੀ ਹੁੰਦੀ। ਜੇਕਰ ਉਹ ਬੱਚਾ ਕੋਈ ਖੁਸ਼ੀ ਦੀ ਗੱਲ, ਕੋਈ ਹੋਰ ਵਧੀਆ ਗੱਲ ਕਰਦਾ ਹੈ ਤਾਂ ਉਹ ਵੀ ਉਸ ਦੀ ਗੱਲ ਕੱਟੀ ਜਾਂਦੀ ਹੈ, ਕੱਢ ਦਿੰਦੇ ਨੇ ਕਿ ਨਹੀਂ ਤੈਨੂੰ ਨਹੀਂ ਕਿਸੇ ਗੱਲ ਦਾ ਪਤਾ। ਸੋ ਇਹ ਜਿਹੜੀ ਇੱਕ ਖਾਸ ਉਮਰ ਹੈ 14 ਸਾਲ ਦੀ, ਇਹ ਇੱਕ ਬੜਾ ਵੱਡਾ ਟਰਨਿੰਗ ਪੁਆਇੰਟ ਹੈ ਜਿਹੜਾ ਹਰ ਮਾਪਿਆਂ ਨੂੰ ਬੜਾ ਫਿਲੋਸਫੀਕਲ ਵੇ ਦੇ ਨਾਲ ਸਮਝਣ ਦੀ ਲੋੜ ਹੈ। ਮਨੋਵਿਗਿਆਨਕ ਤੌਰ 'ਤੇ ਵੀ ਇਸ ਉਮਰ ਨੂੰ ਜਿਹੜਾ ਵਾ ਉਹ ਸਮਝਣਾ ਬੜਾ ਲਾਜ਼ਮੀ ਹੈ। ਇਸ ਉਮਰ ਨੂੰ ਜਿਹੜਾ ਵਾ ਉਹ ਸਭ ਤੋਂ ਵੱਡਾ ਜਿਹੜਾ ਆਪਾਂ ਟਰਨਿੰਗ ਪੁਆਇੰਟ ਤਾਂ ਕਹਿੰਦੇ ਹਾਂ ਕਿਉਂਕਿ ਇਹਦੇ 'ਚ ਬੱਚੇ ਦੀਆਂ ਆਦਤਾਂ ਬਦਲਦੀਆਂ ਨੇ, ਬੱਚੇ ਦੀ ਸੋਚ ਬਦਲਦੀ ਆ। ਬੱਚਾ ਜਿਹੜਾ ਹੈ ਉਹ ਅਲੜ ਉਮਰ 'ਚ ਆ, ਉਸ ਨੂੰ ਕੋਈ ਸਮਝ ਨਹੀਂ ਹੈ ਕਿ ਚੰਗਾ ਕੀ ਹੈ ਮਾੜਾ ਕੀ ਹਾਲੇ ਫਿਲਹਾਲ, ਕਿਉਂਕਿ ਉਹ ਬਚਪਨ ਤੋਂ ਥੋੜ੍ਹਾ ਹੀ ਬਾਹਰ ਨਿਕਲਿਆ ਹੈ ਪਰ ਹਾਲੇ ਜਵਾਨੀ ਦੇ ਵਿੱਚ ਪੈਰ ਰੱਖ ਰਿਹਾ ਪਰ ਜਵਾਨ ਹੋਇਆ ਨਹੀਂ। ਸੋ ਉਸ ਨੂੰ ਚੰਗੇ ਮਾੜੇ ਦੀ ਹਾਲੇ ਪਛਾਣ ਨਹੀਂ ਆ ਰਹੀ ਹੁੰਦੀ, ਜਾਂ ਉਹ ਸਮਝ ਲਓ ਕਿ ਉਹ ਚੰਗੇ ਮਾੜੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਪਰ ਜਿਸ ਵੇਲੇ ਉਹਦੇ ਮਾਪਿਆਂ ਦੁਆਰਾ ਜਾਂ ਉਸਦੇ ਉਹਨਾਂ ਲੋਕਾਂ ਦੁਆਰਾ ਜਿਨ੍ਹਾਂ ਦੀ ਉਹ ਸੰਗਤ 'ਚ ਰਹਿ ਰਿਹਾ ਹੈ ਉਸ ਨੂੰ ਕਾਉਂਸਲ ਨਹੀਂ ਕਰਦੇ, ਉਹਨੂੰ ਸਮਝਾਉਂਦੇ ਨਹੀਂ, ਮਨੋਵਿਗਿਆਨਕ ਤੌਰ 'ਤੇ ਉਸ ਨੂੰ ਆਪਣੇ ਕੋਲ ਜਾਂ ਆਪਣੇ ਨਾਲ ਨਹੀਂ ਰੱਖਦੇ, ਜਾਂ ਉਸ ਨੂੰ ਮਨੋਵਿਗਿਆਨਕ ਤੌਰ 'ਤੇ ਸਪੋਰਟ ਨਹੀਂ ਕਰਦੇ, ਤਾਂ ਬੱਚਾ ਜਿਹੜਾ ਹੈ ਉਹ ਗਲਤ ਰਾਹ ਵੀ ਪੈ ਸਕਦਾ ਹੈ। ਸੋ ਹਮੇਸ਼ਾ ਬੱਚਾ ਜਿਹੜਾ ਬੱਚੇ ਨੂੰ ਪਿਆਰ ਕਰਦਾ ਹੈ, ਬੱਚਾ ਉਹਦੇ ਵੱਲ ਖਿੱਚਿਆ ਜਾਂਦਾ ਹੈ, ਜਾਂ ਜਿਹੜਾ ਬੱਚੇ ਨੂੰ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਕਰੇਗਾ ਇਸ ਉਮਰ 'ਚ ਜਿਹੜਾ ਹੈ ਉਹ ਬੱਚਾ ਉਹਦੇ ਵੱਲ ਜਾਏਗਾ। ਆਪਾਂ ਅਕਸਰ ਵੇਖਦੇ ਹਾਂ ਕਿ ਜਿਹੜੀ ਇਹ ਉਮਰ ਹੈ ਇਹ ਵਿਗੜਨ ਦੀ ਉਮਰ ਵੀ ਇਹੀ ਹੈ ਅਤੇ ਸੁਧਰਨ ਦੀ ਉਮਰ ਵੀ ਇਹੀ ਹੈ, ਚੰਗੇ ਬਣਨ ਦੀ ਉਮਰ ਵੀ ਇਹੀ ਹੈ, ਅਤੇ ਜੇਕਰ ਕੋਈ ਮਾੜੀ ਸੰਗਤ 'ਚ ਪੈ ਜਾਵੇ ਤਾਂ ਫਿਰ ਮਾੜੇ ਬਣਨ ਦੀ ਉਮਰ ਵੀ ਇਹੀ ਹੈ। ਸੋ ਇਹ ਜਿਹੜੀ ਉਮਰ ਹੈ ਇਸ ਉਮਰ ਦੇ ਵਿੱਚ ਇਹ 14 ਸਾਲ 15 ਸਾਲ 16 ਸਾਲ ਜਿਹਨੂੰ ਆਪਾਂ ਟੀਨ ਏਜ ਵੀ ਕਹਿ ਦਿੰਦੇ ਹਾਂ, ਇਹ ਉਮਰ ਜਿਹੜੀ ਹੈ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਬੜਾ ਵੱਡਾ ਟਰਨਿੰਗ ਪੁਆਇੰਟ ਹੈ। ਸੋ ਆਪਾਂ ਕਹਾਣੀ ਵੱਲ ਆਉਂਦੇ ਹਾਂ ਕਿ ਹੁਣ ਉਹ ਆਪਣੇ ਰਿਸ਼ਤੇਦਾਰਾਂ ਵਿੱਚ ਰਹਿ ਕੇ ਵੀ ਖੁਸ਼ ਨਹੀਂ ਹੈ। ਹੁਣ ਉਸ ਨੂੰ ਹੋਮ ਕਮਿੰਗ ਆਪਣੇ ਘਰ ਦੀ ਯਾਦ ਆਉਂਦੀ ਹੈ, ਆਪਣੇ ਘਰ ਜਾਣਾ ਚਾਹੁੰਦਾ ਹੈ। ਉਹ ਹੁਣ ਚਾਹੁੰਦਾ ਹੈ ਕਿ ਮੈਂ ਇੱਥੋਂ ਤੰਗ ਆ ਚੁੱਕਾ ਵਾਂ, ਇੱਥੋਂ ਅੱਕ ਚੁੱਕਾ ਵਾਂ, ਥੱਕ ਚੁੱਕਾ, ਇੱਥੇ ਜੋ ਮੈਂ ਸੋਚਦਾ ਵਾਂ ਉਸ ਦੇ ਅਕੋਰਡਿੰਗਲੀ ਇੱਥੋਂ ਦਾ ਵਾਤਾਵਰਨ ਨਹੀਂ,
ਘਰ ਹਮੇਸ਼ਾ ਘਰ ਹੀ ਹੁੰਦਾ ਹੈ, ਚਾਹੇ ਉਹ ਕੱਚਾ ਹੀ ਹੋਵੇ, ਚਾਹੇ ਉਹ ਕਿਸੇ ਇਹੋ ਜਿਹੀ ਚੀਜ਼ ਦਾ ਘਾਹ ਫੂਸ ਦਾ ਬਣਿਆ ਹੋਵੇ, ਉਹ ਹਮੇਸ਼ਾ ਘਰ ਹੁੰਦਾ ਹੈ। ਬੇਸ਼ੱਕ ਘਰੋਂ ਬਾਹਰ ਤੁਸੀਂ ਕਿਸੇ ਮਹਿਲ 'ਚ ਵੀ ਰਹਿ ਰਹੇ ਹੋ, ਉਹ ਚਾਹੇ ਸੋਨੇ ਦਾ ਵੀ ਹੋਵੇ, ਤਦ ਵੀ ਸਾਡਾ ਦਿਲ ਜਿਹੜਾ ਹੈ ਉਹ ਉਸ ਥਾਂ 'ਤੇ ਨਹੀਂ ਲੱਗਦਾ, ਕਿਉਂਕਿ ਅਸੀਂ ਉੱਥੇ ਆਪਣਾਪਨ ਕਦੇ ਵੀ ਮਹਿਸੂਸ ਨਹੀਂ ਕਰਦੇ। ਸੋ ਹੁਣ ਆਪਣੇ ਮਾਮੇ ਦੇ ਘਰ ਰਹਿ ਰਹੇ, ਪਰ ਉੱਥੇ ਇਸ ਦਾ ਬਿਲਕੁਲ ਵੀ ਦਿਲ ਨਹੀਂ ਲੱਗ ਰਿਹਾ। ਇਹ ਹਮੇਸ਼ਾ ਇਸ ਨੂੰ ਆਪਣੇ ਘਰ ਦੀ ਯਾਦ ਆਉਂਦੀ ਰਹਿੰਦੀ ਹੈ। ਅਕਸਰ ਇਹ ਆਪਣੇ ਮਾਮੇ ਨੂੰ ਪੁੱਛਦਾ ਹੈ ਕਿ ਮੈਂ ਘਰ ਵਾਪਸ ਕਦੋਂ ਜਾਵਾਂਗਾ। ਮਾਮਾ ਕਹਿੰਦਾ ਕਿ ਛੁੱਟੀਆਂ 'ਚ। ਇਹ ਕਹਿੰਦਾ ਕਿ ਛੁੱਟੀਆਂ ਤਾਂ ਅਕਤੂਬਰ 'ਚ ਆਉਣਗੀਆਂ, ਉਹ ਤਾਂ ਹਲੇ ਬਹੁਤ ਦੂਰ ਹੈ। ਸੋ ਮੇਰਾ ਹੁਣੇ ਘਰ ਜਾਣ ਨੂੰ ਜੀ ਕਰਦਾ ਹੈ, ਪਰ ਕਹਿੰਦਾ ਕਿ ਨਹੀਂ, ਮਾਮਾ ਕਹਿੰਦਾ ਕਿ ਨਹੀਂ, ਤੂੰ ਛੁੱਟੀਆਂ ਵਿੱਚ ਹੀ ਆਪਣੇ ਘਰ ਜਾ ਸਕੇਗਾ। ਸੋ ਇਹ ਬੱਚਾ ਬੜਾ ਪਰੇਸ਼ਾਨ ਹੈ। ਸਕੂਲ ਵੀ ਇਹਨੂੰ ਡਾਂਟ, ਝਿੜਕਾਂ, ਡੰਡੇ ਟੀਚਰ ਵੱਲੋਂ ਜਿਹੜੀ ਹੈ ਉਹ ਹਮੇਸ਼ਾ ਸਜ਼ਾ ਹੀ ਮਿਲਦੀ ਹੈ। ਘਰ ਦੇ ਵਿੱਚ ਵੀ ਮਾਮੀ ਨੇ ਇਸ ਦਾ ਨੱਕ 'ਚ ਦਮ ਕੀਤਾ ਹੋਇਆ ਹੈ, ਮਾਮੇ ਦੇ ਬੱਚਿਆਂ ਨੇ ਜਿਹੜਾ ਨੱਕ 'ਚ ਦਮ ਕੀਤਾ ਹੋਇਆ ਹੈ। ਸੋ ਇਹ ਬੜਾ ਪਰੇਸ਼ਾਨ ਹੈ, ਹਮੇਸ਼ਾ ਘਰ ਦੇ ਬਾਰੇ ਸੋਚਦਾ ਹੈ। ਇੱਕ ਦਿਨ ਦੀ ਕੀ ਗੱਲ ਹੈ ਕਿ ਇੱਕ ਰਾਤ ਨੂੰ ਉਹ ਸਕੂਲੋਂ ਵਾਪਸ ਆ ਰਿਹਾ ਹੁੰਦਾ ਆਪਣੇ ਘਰ ਨੂੰ, ਅਤੇ ਉਹਦੇ ਸਿਰ 'ਚ ਬਹੁਤ ਦਰਦ ਹੁੰਦਾ ਹੈ। ਇੰਨਾ ਦਰਦ ਹੁੰਦਾ ਹੈ ਕਿ ਨਾਲ ਉਹਦਾ ਸਰੀਰ ਕੰਬਣ ਲੱਗ ਪੈਂਦਾ ਹੈ। ਇਸ ਨੂੰ ਲੱਗਦਾ ਹੈ ਕਿ ਸ਼ਾਇਦ ਮੈਨੂੰ ਇਹ ਕੋਈ ਮਲੇਰੀਏ ਦੀ ਕੋਈ ਜਿਹੜੀ ਹੈ ਉਹ ਸ਼ਿਕਾਇਤ ਹੈ, ਜਾਂ ਮੈਂ ਮਲੇਰੀਆ ਦਾ ਸ਼ਿਕਾਰ ਹੋ ਰਿਹਾ ਵਾਂ। ਸੋ ਇਹ ਹੁਣ ਘਰ ਜਾਣ ਦੀ ਥਾਂ 'ਤੇ ਇਹ ਨਹੀਂ ਕਹਿੰਦਾ, ਕਿ ਇਹ ਚਾਹੁੰਦਾ ਹੈ ਕਿ ਮੈਂ ਘਰ ਜਾ ਕੇ ਆਪਣੇ ਮਾਮੀ ਦੇ ਕੋਲ ਮਾਮੀ ਨੂੰ ਹੋਰ ਪਰੇਸ਼ਾਨ ਨਾ ਕਰਾਂ, ਕਿਉਂਕਿ ਮਾਮੀ ਦੇ ਉੱਪਰ ਇਹ ਹੋਰ ਬੋਝ ਨਹੀਂ ਬਣਨਾ ਚਾਹੁੰਦਾ। ਸੋ ਇਹ ਹੁਣ ਆਪਣੇ ਮਨ 'ਚ ਸੋਚਦਾ ਹੈ ਕਿ ਕਿਉਂ ਨਾ ਮੈਂ ਆਪਣੇ ਪਿੰਡ ਚਲਾ ਜਾਵਾਂ, ਆਪਣੇ ਘਰੇ ਚਲਾ ਜਾਵਾਂ, ਆਪਣੀ ਮਾਂ ਕੋਲ ਚਲਾ ਜਾਵਾਂ, ਆਪਣੇ ਭਰਾ ਕੋਲ ਚਲਾ ਜਾਵਾਂ। ਸੋ ਇਹ ਹੁਣ ਮਾਮੀ ਦੇ ਘਰ ਜਾਣ ਦੀ ਬਜਾਏ ਇਹ ਆਪਣੇ ਘਰ ਨੂੰ ਤੁਰ ਪੈਂਦਾ ਹੈ। ਸੋ ਇਹ ਰਾਤ ਘਰ ਨਹੀਂ ਪਹੁੰਚਦਾ, ਸਵੇਰ ਤੱਕ ਇਹ ਘਰ ਨਹੀਂ ਆਇਆ ਹੁੰਦਾ। ਆਪਣੇ ਰਿਸ਼ਤੇਦਾਰਾਂ ਨੂੰ, ਆਂਢੀਆਂ ਗੁਆਂਢੀਆਂ ਨੂੰ ਮਾਮਾ ਕਹਿੰਦਾ ਹੈ ਕਿ ਮੇਰੀ ਬੱਚੇ ਨੂੰ ਲੱਭਣ ਦੀ ਜਿਹੜੀ ਉਹ ਮਦਦ ਕਰੋ, ਪਰ ਸਾਰੀ ਕੋਸ਼ਿਸ਼ ਜਿਹੜੀ ਉਹ ਬੇਕਾਰ ਜਾਂਦੀ ਹੈ। ਫਿਰ ਇਹ ਪੁਲਿਸ ਦੀ ਮਦਦ ਲੈਂਦਾ ਹੈ। ਪੁਲਿਸ ਵਾਲੇ ਸ਼ਾਮ ਨੂੰ, ਰਾਤ ਨੂੰ 24 ਘੰਟਿਆਂ ਬਾਅਦ ਉਸ ਬੱਚੇ ਨੂੰ ਆਪਣੇ ਹੱਥਾਂ 'ਤੇ ਚੁੱਕ ਕੇ ਲੈ ਕੇ ਆਉਂਦੇ ਨੇ। ਇਹ ਭਿੱਜਿਆ ਹੋਇਆ ਵਾ ਸਿਰ ਤੋਂ ਲੈ ਕੇ ਪੈਰਾਂ ਤੱਕ, ਮੀਂਹ ਦੇ ਵਿੱਚ। ਇਸ ਬੱਚੇ ਦਾ ਬਹੁਤ ਬੁਰਾ ਹਾਲ ਹੈ, ਬਹੁਤ ਸਖਤ ਬਿਮਾਰ ਹੈ ਬੱਚਾ। ਘਰ ਲਿਆ ਕੇ ਇਹਨੂੰ ਬੱਚੇ ਨੂੰ ਲੰਮੇ ਪਾ ਦਿੰਦੇ ਨੇ, ਪਰ ਬੱਚੇ ਦੀ ਹਾਲਤ ਬਹੁਤ ਵਿਗੜੀ ਹੋਈ ਹੈ। ਮਾਮਾ ਕਿਸੇ ਡਾਕਟਰ ਨੂੰ ਬੁਲਾਉਂਦਾ ਹੈ, ਡਾਕਟਰ ਵੀ ਕਹਿੰਦਾ ਹੈ ਕਿ ਨਹੀਂ, ਹੁਣ ਇਹ ਬੱਚਾ ਜਿਹੜਾ ਹੈ ਉਹ ਬੜੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ। ਇਸ ਬੱਚੇ ਦਾ ਜਿਹੜਾ ਵਾ ਉਹ ਤੁਸੀਂ ਇਸ ਦੀ ਮਾਂ ਨੂੰ ਬੁਲਾਓ, ਕਿਉਂਕਿ ਜਿਹੜਾ ਬੱਚਾ ਵਾ ਉਹ ਬਹੁਤ ਉਧਰਿਆ ਹੋਇਆ ਮਹਿਸੂਸ ਕਰ ਰਿਹਾ ਵਾ, ਜਾਂ ਬਹੁਤ ਪਰੇਸ਼ਾਨੀ ਦੀ ਹਾਲਤ ਵਿੱਚ ਹੈ ਬੱਚਾ। ਮਾਮਾ ਵੀ ਪਰੇਸ਼ਾਨ ਨੇ। ਮਾਮਾ ਵੀ ਜਿਹੜਾ ਹੈ ਉਹ ਅੰਦਰੋਂ ਬਹੁਤ ਦੁਖੀ ਹੈ ਆਪਣੇ ਬੱਚੇ ਦੀ, ਆਪਣੇ ਇਸ ਭਾਣਜੇ ਦੀ ਹਾਲਤ ਨੂੰ ਵੇਖ ਕੇ। ਮਾਮਾ ਜਿਹੜਾ ਹੈ ਉਹ ਆਪਣੇ ਭੈਣ ਨੂੰ ਉਹਦੇ ਘਰੇ ਸੁਨੇਹਾ ਭੇਜਦਾ ਹੈ ਕਿ ਆ ਕੇ ਮਿਲ ਲੈ ਆਪਣੇ ਪੁੱਤਰ ਨੂੰ। ਮਾਂ ਜਿਹੜੀ ਹੈ ਉਹ ਆਉਂਦੀ ਹੈ। ਆਉਂਦਿਆਂ ਸਾਰ ਹੀ ਉਹ ਇੱਕਦਮ ਦਾਖਲ ਹੁੰਦੀ ਹੈ ਕਮਰੇ ਦੇ ਵਿੱਚ, ਬੜੀ ਪਰੇਸ਼ਾਨ ਹੈ, ਬੜੀ ਦੁਖੀ ਹੈ, ਕਦੀ ਇੱਧਰ ਫਿਰਦੀ ਹੈ। ਬੜਾ ਕੁਛ ਜਿਹੜੀ ਮਾਂ ਹੈ ਉਹਦੀ ਬੱਚੇ ਦੇ ਬਾਰੇ ਉਹ ਸੋਚਦੀ ਹੈ। ਬੱਚਾ ਵੀ ਜਿਹੜਾ ਹੈ ਉਹ ਆਪਣੀ ਮਾਂ ਦੀ ਚਿਹਰੇ ਵੱਲ ਵੇਖਦਾ ਹੈ ਅੱਖਾਂ ਭਰ ਕੇ, ਪਰ ਕਿਉਂਕਿ ਉਹ ਜਿਹੜਾ ਬੱਚਾ ਹੈ ਉਹ ਉਸਦੀ ਹਾਲਤ ਉਸ ਵੇਲੇ ਬਹੁਤ ਜਿਹੜੀ ਹੈ ਉਹ ਗੰਭੀਰ ਹੈ। ਸੋ ਬੜਾ ਬੇਚੈਨ ਹੋ ਕੇ, ਜਾਂ ਬੜੀ ਬੇਚੈਨੀ ਦੇ ਨਾਲ ਉਹ ਆਪਣੀ ਮਾਂ ਵੱਲ ਵੇਖਦਾ ਹੈ। ਪਰ ਕਿਉਂਕਿ ਹੁਣ ਜਿਹੜਾ ਹੈ ਉਹ ਬੱਚਾ ਬਹੁਤ ਇੱਕ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ। ਸੋ ਹੁਣ ਉਹ ਆਪਣੀ ਮਾਂ ਨੂੰ ਕਹਿ ਰਿਹਾ ਹੈ ਕਿ ਜਿਹੜੀਆਂ ਛੁੱਟੀਆਂ ਨੇ, ਦਾ ਹੋਲੀਡੇਜ਼ ਹੈਵ ਕਮ, ਕਿ ਹੁਣ ਛੁੱਟੀਆਂ ਆ ਗਈਆਂ ਨੇ। ਸੋ ਇਹੀ ਸ਼ਬਦ ਬੋਲਦਾ। ਇਸ ਤੋਂ ਅੱਗੇ ਉਹ ਬੱਚਾ ਬਿਲਕੁਲ ਵੀ ਕੁਝ ਨਹੀਂ ਬੋਲ ਸਕਿਆ, ਕਿਉਂਕਿ ਉਹ ਇੰਨਾ ਉਧਰਿਆ ਹੋਇਆ ਬੱਚਾ ਹੈ। ਆਪਣੇ ਘਰ ਦੀ ਉਹਨੂੰ ਇੰਨੀ ਯਾਦ ਆ ਰਹੀ ਹੈ। ਦੂਸਰੀ ਗੱਲ ਇਹ ਹੈ ਕਿ ਸ਼ਾਇਦ ਘਰ ਦੀ ਇੰਨੀ ਯਾਦ ਨਾ ਆਉਂਦੀ ਜੇਕਰ ਉਸਦੀ ਮਾਮੀ ਜਾਂ ਉਸਦੇ ਮਾਮੇ ਦੇ ਬੱਚੇ ਜਾਂ ਹੋਰ ਆਸਾ-ਪਾਸਾ ਜਾਂ ਸਮਾਜ ਜਾਂ ਉਹਦੇ ਟੀਚਰਸ ਜਿਹੜੇ ਆ ਉਹ ਬੱਚੇ ਨੂੰ ਸਮਝ ਕੇ, ਉਸ ਬੱਚੇ ਦੀਆਂ ਭਾਵਨਾਵਾਂ ਨੂੰ ਸਮਝ ਕੇ, ਜਾਂ ਉਸ ਬੱਚੇ ਦੀ ਜਿਹੜੀ ਮਨੋਸਥਿਤੀ ਹੈ ਉਸ ਨੂੰ ਸਮਝ ਕੇ ਉਹ ਰਿਐਕਟ ਕਰਦੇ। ਪਰ ਇਸ ਤਰ੍ਹਾਂ ਨਹੀਂ ਹੋਇਆ। ਸੋ ਇਹ ਬੱਚਾ ਜਿਹੜਾ ਹੈ ਉਹ ਆਪਣਾ ਆਖਰੀ ਸਾਹ ਲੈਂਦਾ ਹੈ ਆਪਣੀ ਮਾਂ ਦੇ ਕੋਲ। ਸੋ ਇਹ ਕਹਾਣੀ ਹੈ ਹੋਮ ਕਮਿੰਗ, ਘਰ ਵਾਪਸੀ, ਕਿ ਘਰ ਸਾਡੇ ਵਾਸਤੇ ਕਿੱਡਾ ਲਾਜ਼ਮੀ ਹੈ। ਘਰਾਂ ਤੋਂ ਬਗੈਰ ਜਿਹੜੇ ਹੈ ਉਹ ਸਾਡੀ ਜ਼ਿੰਦਗੀ ਦੇ ਜਿਹੜੇ ਚਾਅ ਨੇ, ਖੁਸ਼ੀਆਂ ਨੇ, ਉਹਨਾਂ ਦੀ ਕੋਈ ਵੈਲਿਊ ਨਹੀਂ। ਸੋ ਜੇਕਰ ਆਪਾਂ ਹੁਣ ਥੋੜ੍ਹੀ ਜਿਹੀ ਇਹਨਾਂ ਦੀ ਐਕਸਰਸਾਈਜ਼ ਦੀ ਗੱਲ ਕਰੀਏ, ਤਾਂ ਸਭ ਤੋਂ ਪਹਿਲਾਂ ਆਪਾਂ ਜੇਕਰ ਕਰੈਕਟਰ ਸਕੈਚ ਦੀ ਗੱਲ ਕਰਦੇ ਹਾਂ, ਇਹਨਾਂ ਦਾ ਚਿੱਤਰਨ ਦੀ, ਕਰੈਕਟਰ ਸਕੈਚ ਦੀ, ਤਾਂ ਪਹਿਲਾਂ ਆਪਾਂ ਫਟਿਕ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਮਾਂ ਦੀ ਗੱਲ ਕਰਾਂਗੇ। ਫਟਿਕ ਨੂੰ ਆਪਾਂ ਜੇਕਰ ਕਰੈਕਟਰ ਦੀ ਗੱਲ ਕਰਨੀ ਹੈ ਤਾਂ ਉਹਦਾ ਕੁਝ ਹੈਡਿੰਗਸ ਨੇ ਉਹ ਆਪਾਂ ਲਿਖ ਲਵਾਂਗੇ, ਜਿਵੇਂ ਹੀ ਇਜ਼ 14 years old, ਹੀ ਇਜ਼ ਮਿਸਚੀਵੀਅਸ, ਹੀ ਇਜ਼ quarrelsome, ਹੀ ਇਜ਼ ਅ ਰਿੰਗ ਲੀਡਰ, ਐਂਡ ਹੀ ਇਜ਼ ਵੈਰੀ ਫਰਟਾਈਲ ਮਾਈਂਡਡ ਬॉय। ਉਸਦੇ ਮਨ ਦੇ ਵਿੱਚ ਚੰਗੇ ਵਿਚਾਰ ਆਉਂਦੇ ਰਹਿੰਦੇ ਨੇ। ਹੀ ਫੀਲਸ ਬੈਡ ਵੈਨ ਹੀ ਗੋਜ਼ ਟੂ ਕੋਲਕਾਤਾ ਐਂਡ ਸੀਜ਼ ਐਂਡ ਫਾਈਂਡਸ that his family of his uncle is not so good, and he does not feel at home in the home of his uncle. So, and his teachers also cane him, also beat him. They
are always against him and he is considered to be the most dull student in the school. ਉਸ ਤੋਂ ਬਾਅਦ he wants to return home, ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਮੇਰਾ ਇੱਥੇ ਦਿਲ ਨਹੀਂ ਲੱਗ ਰਿਹਾ ਜਾਂ ਮੈਨੂੰ ਇੱਥੇ ਕੋਈ ਪਸੰਦ ਨਹੀਂ ਕਰਦਾ ਤਾਂ ਉਹ ਘਰ ਮੁੜਨਾ ਚਾਹੁੰਦਾ ਵਾ, but he is unable to return. why? because he dies. ਅਖੀਰ 'ਤੇ ਉਹ ਬਿਮਾਰ ਪੈ ਜਾਂਦਾ ਹੈ ਤਾਂ ਉਹ ਮਰ ਜਾਂਦਾ ਹੈ। ਸੋ ਇਹ ਹੈਡਿੰਗਸ ਨੂੰ ਲੈ ਕੇ ਜਾਂ ਇਸ ਖਾਸ ਪੁਆਇੰਟਸ ਨੂੰ ਲੈ ਕੇ ਯੂ ਕੈਨ ਡਿਵੈਲਪ ਯੂਅਰ ਆਨਸਰ। ਸੋ ਤੁਸੀਂ ਇਸ ਦਾ ਆਨਸਰ ਆਪਣੇ ਤੌਰ 'ਤੇ ਬਣਾ ਸਕਦੇ ਹੋ। ਆਪਾਂ ਜੋ ਆਨਸਰਸ ਬਣੇ ਨੇ, ਜੋ ਰੈਡੀਮੇਡ ਨੇ, ਉਹ ਨਹੀਂ ਕਰਨੇ, ਆਪਾਂ ਆਪਣੇ ਤੌਰ 'ਤੇ ਇਹਨਾਂ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੁਸੀਂ ਕੋਈ ਵੀ ਆਨਸਰ ਕਦੇ ਵੀ ਦੇਣਾ ਹੋਵੇ ਤਾਂ ਹਮੇਸ਼ਾ ਮੇਨ ਪੁਆਇੰਟਸ ਜਿਹੜੇ ਨੇ ਉਹਨਾਂ ਨੂੰ ਆਪਣੇ ਮਨ 'ਚ ਰੱਖਿਆ ਕਰੋ ਕਿ ਆਹ ਚੀਜ਼ਾਂ ਨੇ। ਉਸ ਤੋਂ ਬਾਅਦ ਉਹਦੀ ਜਿਹੜੀ ਕੰਸਟਰਕਸ਼ਨ ਹੈ ਜਿਹੜੀ ਆਨਸਰਸ ਦੀ, ਉਹ ਤੁਸੀਂ ਆਪਣੇ ਤੌਰ 'ਤੇ ਤਿਆਰ ਕਰਨੀ ਹੈ। ਇਸ ਤਰ੍ਹਾਂ ਆਪਾਂ ਜੇਕਰ ਮਾਂ ਦੀ ਗੱਲ ਕਰੀਏ ਤਾਂ ਉਹ ਇੱਕ ਸਿੰਪਲ ਲੇਡੀ ਹੈ, ਸ਼ੀ ਇਜ਼ ਅ ਸਿੰਪਲ ਲੇਡੀ, ਸ਼ੀ ਇਜ਼ ਅ ਵਿਡੋ। ਵਿਡੋ ਮਤਲਬ ਕਿ ਉਹਦਾ ਪਤੀ ਨਹੀਂ ਹੈਗਾ, ਸ਼ੀ ਇਜ਼ ਅ ਵਿਡੋ। ਸ਼ੀ ਹੈਜ਼ 2 sons, one is Fatik and the other is Makhan. She loves Makhan more than Fatik. Makhan ਨੂੰ ਜ਼ਿਆਦਾ ਪਿਆਰ ਕਰਦੀ ਹੈ ਫਟਿਕ ਨਾਲੋਂ, ਪਰ ਇਹਦਾ ਮਤਲਬ ਇਹ ਨਹੀਂ ਕਿ she doesn't mean that she doesn't love Fatik, ਪਰ ਜ਼ਿਆਦਾ ਉਹ ਮਾਖਨ ਨੂੰ ਪਿਆਰ ਕਰਦੀ ਹੈ। She sends Fatik to Kolkata with her brother so that Fatik may get education in Kolkata. She loves Fatik as well. ਉਹ ਫਟਿਕ ਨੂੰ ਵੀ ਪਿਆਰ ਕਰਦੀ ਹੈ। She is a loving mother. ਉਹ ਇੱਕ ਪਿਆਰ ਕਰਨ ਵਾਲੀ ਮਾਂ ਹੈ। ਸੋ ਇਹ ਮਾਂ ਦਾ ਜਿਹੜਾ ਕਰੈਕਟਰ ਹੈ ਜਾਂ ਇਹ ਮਾਂ ਦੇ ਬਾਰੇ ਗੱਲਬਾਤ ਹੈ ਕਿ ਮਾਂ ਕੀ ਹੈ। ਉਸ ਤੋਂ ਇਲਾਵਾ ਤੁਸੀਂ ਹੁਣ ਆਪਣੀ ਉਸ ਦੀ ਆਂਟ ਬਾਰੇ ਆਪਣੇ ਤੌਰ 'ਤੇ ਕੁਐਸਚਨ ਬਣਾ ਸਕਦੇ ਹੋ। ਮਾਖਨ ਬਾਰੇ ਤੁਸੀਂ ਆਪਣੇ ਤੌਰ 'ਤੇ ਕੁਐਸਚਨ ਬਣਾ ਸਕਦੇ ਹੋ, ਆਨਸਰ ਬਣਾ ਸਕਦੇ ਹੋ। ਜਿਹੜਾ ਬਿਸ਼ੰਬਰ ਹੈ ਉਸ ਦੇ ਬਾਰੇ ਵੀ ਤੁਸੀਂ ਆਪਣੇ ਤੌਰ 'ਤੇ ਜਿਹੜਾ ਇਸੇ ਤਰ੍ਹਾਂ ਜਿਹੜੇ ਪੁਆਇੰਟਸ ਕੱਢ ਕੇ ਜਿਹੜਾ ਉਹ ਆਨਸਰ ਹੈ ਉਹ ਬਣਾ ਸਕਦੇ ਹੋ, ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਬਿਸ਼ੰਬਰ ਹੈ ਉਹ ਵੀ ਇੱਕ ਚੰਗਾ ਬੰਦਾ ਹੈ, ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ। ਹੀ ਲਵਸ ਹਿਜ਼ ਸਿਸਟਰ ਵੈਰੀ ਮੱਚ। ਉਹ ਚਾਹੁੰਦਾ ਹੈ ਕਿ ਇਸ ਦੇ ਬੱਚੇ ਵੀ ਪੜ੍ਹ ਲਿਖ ਜਾਣ, ਉਹ ਸਿਆਣੇ ਹੋ ਜਾਣ। ਸੋ ਉਸਦੇ ਇੱਕ ਬੱਚੇ ਨੂੰ ਫਟਿਕ ਨੂੰ ਉਹ ਆਪਣੇ ਨਾਲ ਕਲਕੱਤਾ ਲੈ ਜਾਣ ਦੀ ਜਿਹੜੀ ਹੈ ਉਹ ਬੇਨਤੀ ਕਰਦਾ ਹੈ ਕਿ ਮੈਨੂੰ ਇਹਨੂੰ ਆਪਣੇ ਨਾਲ ਭੇਜ ਦੇ, ਮੇਰੇ ਨਾਲ ਭੇਜ ਦੇ। ਸੋ ਪਰ ਉਹਦੀ ਪਤਨੀ ਜਿਹੜੀ ਹੈ ਉਹ ਚੰਗੀ ਨਹੀਂ ਹੈ। ਉਹ ਕਹਿੰਦੀ ਹੈ ਕਿ ਤੂੰ ਇਹਨੂੰ ਕਿਉਂ ਨਾਲ ਲੈ ਆਇਆ ਹੈ, ਪਰ ਉਹ ਆਪਣੇ ਭਾਣਜੇ ਨੂੰ ਬਹੁਤ ਪਿਆਰ ਕਰਦਾ ਹੈ। ਜੇਕਰ ਆਪਾਂ ਆਂਟੀ ਦੀ ਗੱਲ ਕਰੀਏ, ਆਂਟ ਦੀ ਗੱਲ ਕਰੀਏ ਤਾਂ ਆਂਟ ਜਿਹੜੀ ਹੈ ਇਹਦੇ ਮੁਕਾਬਲੇ ਕਰੂਅਲ ਲੇਡੀ ਹੈ। ਉਸਦੇ 3 ਬੱਚੇ ਨੇ, ਉਹ ਆਪਣੇ ਬੱਚਿਆਂ ਨੂੰ ਜ਼ਿਆਦਾ ਪਿਆਰ ਕਰਦੀ ਹੈ। ਉਹ ਫਟਿਕ ਦੇ ਆਉਣ ਦੇ ਨਾਲ ਬੜੀ ਪਰੇਸ਼ਾਨ ਹੈ, ਬੜੀ ਤੰਗ ਹੈ, ਉਹ ਨਹੀਂ ਚਾਹੁੰਦੀ ਕਿ ਉਹ ਇੱਥੇ ਰਵੇ। ਇਸ ਵਾਸਤੇ ਉਹ ਬੜੀ ਇੱਕ ਕਰੂਅਲ ਟਾਈਪ ਦੀ ਲੇਡੀ ਜਿਹੜੀ ਹੈ ਉਹ ਪ੍ਰਗਟ ਹੁੰਦੀ ਹੈ ਇਸ ਕਹਾਣੀ ਦੇ ਵਿੱਚ। ਜੇਕਰ ਆਪਾਂ ਅਖੀਰ 'ਤੇ ਫਟਿਕ ਦੀ ਮੌਤ ਦਾ ਕਾਰਨ ਵੀ ਲੱਭਣਾ ਹੋਵੇ ਤਾਂ ਉਹ ਵੀ ਉਹ ਆਂਟੀ ਹੈ। ਆਂਟ ਇਜ਼ ਦਾ ਰੀਜ਼ਨ ਆਫ ਦਾ ਡੈਥ ਆਫ ਫਟਿਕ, ਕਿਉਂਕਿ ਉਹਦੀ ਕਰੂਅਲਿਟੀ, ਉਸਦਾ ਜਿਹੜਾ ਜ਼ੁਲਮ ਹੈ ਉਹ ਫਟਿਕ ਸਹਿੰਦਾ ਹੈ। ਇਸ ਵਾਸਤੇ ਅਖੀਰ 'ਤੇ ਆ ਕੇ ਜਦੋਂ ਉਹ ਘਰ ਨਹੀਂ ਵਾਪਸ ਆਉਂਦਾ ਆਪਣੇ ਮਾਮੇ ਦੇ ਕੋਲ, ਉਹਦਾ ਕਾਰਨ ਵੀ ਇਹੀ ਹੈ ਕਿਉਂਕਿ ਉਹਨੂੰ ਡਰ ਹੈ ਕਿ ਜੇ ਉਹ ਬਿਮਾਰ ਪੈ ਜਾਂਦਾ ਹੈ ਤਾਂ ਉਸਦੀ ਮਾਮੀ ਉਸਨੂੰ ਹੋਰ ਪਰੇਸ਼ਾਨ ਕਰੇਗੀ। ਸੋ ਇਹ ਉਸਦੀ ਆਂਟ ਦਾ ਜਿਹੜਾ ਉਹ ਕਰੈਕਟਰ ਹੈ। ਉਸ ਤੋਂ ਬਾਅਦ ਆਪਾਂ ਜੇਕਰ ਫਿਲਿੰਗ ਦੀ ਬਲੈਂਕਸ ਬਾਰੇ ਗੱਲ ਕਰੀਏ ਤਾਂ ਮਾਖਨ ਵਾਜ਼ ਫਟਿਕਸ ਕੌਣ ਸੀ? ਉਹ ਯੰਗਰ ਬ੍ਰਦਰ, ਛੋਟਾ ਭਰਾ ਸੀਗਾ, ਯੰਗਰ ਬ੍ਰਦਰ ਸੀ ਉਹਦਾ। ਦ ਸਰਨੇਮ ਆਫ ਫਟਿਕਸ ਫੈਮਿਲੀ ਵਾਜ਼, ਉਹਦੀ ਜਿਹੜੀ ਫਟਿਕ ਦੀ ਫੈਮਿਲੀ ਦਾ ਸਰਨੇਮ ਕੀ ਸੀਗਾ? ਚੱਕਰਵਰਤੀ। ਚੱਕਰਵਰਤੀ ਸੀਗਾ ਉਹਨਾਂ ਦਾ ਨਾਮ। ਉਸ ਤੋਂ ਬਾਅਦ ਫਟਿਕ ਵਾਜ਼ ਕੰਸੀਡਰਡ ਦ ਡੈਸ਼ ਆਫ ਦ ਵਿਲੇਜ ਬॉयਜ਼, ਉਹ ਕੀ ਸੀਗਾ? ਪਿੰਡ ਦੇ ਬੱਚਿਆਂ ਦਾ ਰਿੰਗ ਲੀਡਰ ਸੀਗਾ। ਸੋ ਉੱਥੇ ਰਿੰਗ ਲੀਡਰ ਆਊਗਾ। ਇੱਥੇ ਆਊਗਾ ਰਿੰਗ ਲੀਡਰ, ਇੱਥੇ ਰਿੰਗ ਲੀਡਰ ਆ ਗਿਆ। ਉਸ ਤੋਂ ਬਾਅਦ ਔਨ ਮਾਖਨਸ ਕੰਪਲੇਂਟ ਦ ਮਦਰ ਰੇਨਡ, ਕਿ ਜਦੋਂ ਮਾਖਨ ਨੇ ਕੰਪਲੇਂਟ ਕੀਤੀ ਆਪਣੀ ਮਾਂ ਦੇ ਕੋਲ ਤਾਂ ਮਦਰ ਰੇਨਡ ਡੈਸ਼ ਔਨ ਫਟਿਕ, ਤੇ ਮਾਂ ਨੇ ਉੱਤੇ ਬਲੋਜ਼, ਰੇਨਡ ਬਲੋਜ਼, ਉਹਨੂੰ ਮੁੱਕੀਆਂ ਚਪੇੜਾਂ ਸਾਰਾ ਕੁਛ ਮਾਰਿਆ। ਉਸ ਤੋਂ ਬਾਅਦ ਆ ਗਿਆ ਬਿਸ਼ੰਬਰ ਹੈਡ ਲੈਫਟ ਮੁੰਬਈ ਐਂਡ ਸਟਾਰਟਡ ਲਿਵਿੰਗ ਇਨ ਕੋਲਕਾਤਾ, ਕਿ ਉਹਨੇ ਮੁੰਬਈ ਛੱਡ ਕੇ ਤੇ ਕੋਲਕਾਤੇ ਰਹਿਣਾ ਸ਼ੁਰੂ ਕਰਤਾ। ਉਸ ਤੋਂ ਬਾਅਦ ਆ ਗਿਆ ਫਟਿਕ ਡਾਈਡ ਵਾਈਲ ਹੀ ਵਾਜ਼ ਵਿਦ ਹਿਜ਼ ਅੰਕਲ, ਜਦੋਂ ਉਹ ਆਪਣੇ ਅੰਕਲ ਦੇ ਕੋਲ ਸੀ ਉਦੋਂ ਉਹਦੀ ਡੈਥ ਹੋ ਗਈ ਕਲਕੱਤੇ ਦੇ ਵਿੱਚ। ਅੱਛਾ, ਉਸ ਤੋਂ ਬਾਅਦ ਜਿਹੜੀਆਂ ਆਪਾਂ ਹੁਣ ਗੱਲ ਕਰਾਂਗੇ ਕੁਝ ਟਰੂ ਐਂਡ ਫਾਲਸ ਦੀ। ਫਟਿਕ ਟਰੂ ਫਾਲਸ ਦੇ ਵਿੱਚ ਆਪਾਂ ਜਿਹੜਾ ਉਸ ਦੇ ਲੈਸਨ ਦੇ ਵਿੱਚੋਂ ਹੀ ਤੁਹਾਨੂੰ ਟਰੂ ਐਂਡ ਫਾਲਸ ਆਉਣਗੀਆਂ। ਜਿਵੇਂ ਫਟਿਕ ਐਂਡ ਮਾਖਨ ਵਰ ਕਜ਼ਨਸ, ਉਹ ਕਜ਼ਨ ਸੀਗੇ? ਨਹੀਂ, ਉਹ ਭਰਾ ਸੀਗੇ।
सो ये फॉल्स आ गया। अगे है माखनस मदर वाज फटिक्स स्टैप मदर, जी माखन की माँ है वह फटिक की मतरेई माँ सी, नहीं उसकी सगी माँ सी, इस वास्ते ये भी फॉल्स है। फटिक्स मदर रेडिली एग्री टू हर ब्रदर्स ऑफर, तो जी फटिक की माँ है वो छेती ना मन गई अपने भरा की ऑफर को, बिल्कुल मन गई, ये सही है, ट्रू है। फटिक वाज अ वेरी ब्रिलियंट स्टूडेंट इन कोलकाता, कि जो फटिक सीगा वो कलकत्ते दे विच बड़ा ब्रिलियंट स्टूडेंट सीगा, ये सही कि गलत है? ब्रिलियंट नहीं सीगा, डल सीगा, इस वास्ते ये फॉल्स है। उस बाद आ गया फटिक वाज ब्राउट बैक टू होम बाय हिज मदर, कि उसकी माँ फटिक को वापस ले आई सी, नहीं लेके आई क्योंकि उसकी उत्थे डेथ हो गई सी, इस वास्ते ये भी फॉल्स है। फटिक वाज वेरी क्रूअली ट्रीटेड बाय हिज आंट, कि उसकी आंट ने फटिक के नाल बड़ा बुरा व्यवहार किया सीगा, बिल्कुल सही गल है। सो ए ट्रू है, सो ए ट्रू एंड फॉल्स हो गए। उस तो बाद आ गया चूज द करैक्ट ऑप्शन फॉर ईच ऑफ द फॉलोइंग, कि हेठ लिखिया चो तुसीं जिहड़ी सही ऑप्शन है वो लभनी है। फटिक वाज डैश इन हिज विलेज, अपने पिंड फटिक की सीगा, वो ब्रिलियंट स्टूडेंट सीगा, वो ओबीडियंट सन सीगा, वो वैल बिहेव्ड बॉय सीगा, ਜਾਂ फिर वो रिंग लीडर सीगा। सो सही ऑप्शन आ गई रिंग लीडर। उस तो बाद बिशंबर वाज डैश ऑफ द चक्रवर्तीस, बिशंबर चक्रवर्तीस का की सीगा? रिलेटिव सीगा, नेबर सीगा, फैमिली फ्रेंड सीगा, ਜਾਂ लैंडलॉर्ड सीगा। सो की सीगा वो? बिशंबर वाज डैश ऑफ द चक्रवर्तीस, वो की सी उन्होंने? क्लोज रिलेटिव, उन्होंने बिल्कुल नेड़ला रिश्तेदार से, क्लोज रिलेटिव सीगा। फटिक आंट बिहेव्ड विद फटिक वेरी, फटिक के नाल उहदी आंटी किहो जिहा बिहेव करती सीगी? लविंगली, नोबली, क्रूअली। सो द सी इज़ द करैक्ट आंसर कि क्रूअली। उस तो बाद फटिक मैट हिज डेथ, फटिक की मौत हो गई कदों? आफ्टर अ लॉन्ग इलनेस, आफ्टर अ शॉर्ट इलनेस, एट द होम टाउन और इन द हॉस्पिटल, कि कितने लंबी बीमारी तो बाद, छोटी बीमारी तो बाद, घरे या हॉस्पिटल च। सो आंसर इज़ आफ्टर अ शॉर्ट इलनेस, कि छोटी जी बीमारी तो बाद ही उसकी मौत हो गई। वोकैबलरी एक्सरसाइज के अपने को जी है वो नाउन फॉर्म दी हुई है, तो आप जो सेंटेंस के आपू यूज़ करना वा फिलिंग दी ब्लैंक्स यूज़ करना है, तो आप भी एग्जैक्टिव फॉर्म में यूज़ करना है। सो पहला आपू सीख लीए कि यह है कि इसका फर्क की है आपस के, जिमें फिटैलिटी आ ये आप फुटाइल च बदल देंगे, इसी तरह फिलोसफी आ एक नाउन है, ये फिलोसफिकल च बदल जाएगा। इस तरह डिग्निटी है ये डिग्नीफाइड च बदल जाएगा। इस तरह डिलीरियम है डिलीरियस च बदल जाएगा। इस तरह फर्टिलिटी है ये फर्टाइल च बदल जाएगा। सो आप जो इसनों आप यूज़ करना है तो जिस तरह लिखा है कि फटिक हैड अ डैश ब्रेन, हुण उहदा ब्रेन किहड़ा सीगा? उहदा ब्रेन फर्टाइल सीगा। ब्रेन नाउन है, इस वास्ते उसकी विशेषता फर्टिलिटी नहीं बनती, फर्टाइल बनती है। उस तो बाद आएगा ही बिहेव्ड इन अ डैश मैनर, उसने किहड़े मैनर दे विच बिहेव किया? जेकर आप डिग्निटी तो बाद फिर नाउन नहीं आएगा, डिग्निटी अपने आप च नाउन है। सो डिग्निटी का जो एग्जैक्टिव है वो डिग्नीफाइड है। सो ही बिहेव्ड इन अ डिग्नीफाइड मैनर। उस तो बाद आ गया ही न्यू दैट इट वाज डैश अटैम्प्ट, एक केड़ी अटैम्प्ट सी? इट वाज अ फ्यूटिलिटी अटैम्प्ट नहीं, फ्यूटाइल अटैम्प्ट, फ्यूटाइल अटैम्प्ट। उस तो बाद बाय नाइट ही हैड बिकम डैश, बिकम डैश, कि रात तक वो की हो गया? डिलीरियस, डिलीरियस में बेहोश, वो बेहोश हो गया, रात तक वो बेहोश हो गया। उस तो बाद आ गया माखन सैट ऑन द लॉग इन अ डैश मूड, कि जिहड़ा माखन सीगा वो बैठा सीगा लकड़ी के टंबे के उपर, किहड़े मूड दे विच? फिलोसफिकल मूड, इन अ फिलोसफिकल मूड। तुसीं जो चैप्टर पढ़ोगे उहदे विच भी आउंदा वा कि ही वाज सिटिंग ऑन द लॉग इन अ फिलोसफिकल मूड। सो ये आ गया अपना वोकैबलरी। हुण इसका थर्ड पार्ट है, जिस लिखा है कि माखन वाज एज गुड एज गोल्ड, इसकी माँ कहती है, उसकी माँ समझती है माखन बारे कि वो इन्ना चंगा है जिन्ना के सोना। सो कंप्लीट द फॉलोइंग एक्सप्रेशंस इन द सेम वे। लिखा है कि एज वाइट एज स्नो, एज ब्लैक एज कोल,
as innocent as a baby, as obstinate as a mule. Mule कहते खच्चर ਨੂੰ, obstinately जिद्दी, ਬੰਦੇ ਜਿਹੜੇ ਜਿੱਦੀ ਹੋਣ ਉਹਨਾਂ ਨੂੰ mule ਕਹਿੰਦੇ ਆਪਾਂ। So as obstinate as mule, ਇੰਨਾ ਹੀ ਜਿੱਦੀ ਆ ਜਿੰਨੀ ਕਿ ਖੱਚਰ। As gentle as a lamb, lamb LAMB, B silent है, lamb ਇੰਨਾ innocent है, ਇੰਨਾ gentle है, sorry gentle है ਜਿੰਨੀ ਕਿ ਇੱਕ lamb, lamb is लीला। So ਇਸ ਤੋਂ ਬਾਅਦ grammatical exercise है, fill in the blanks with the correct verb form of the words, following words ਜਿਹੜੇ italic ਕੀਤੇ ਹੋਏ ਨੇ, italicized। All Indian should try to dash their motherland। ਹੁਣ ਇੱਥੇ verb ਦੀ ਸਹੀ ਫਾਰਮ ਆਪਾਂ ਯੂਜ਼ ਕਰਨੀ ਹੈ, ਗਲੋਰੀ ਲਿਖਿਆ ਹੈ, glorify ਜਿਹੜਾ ਉਹ verb ਹੁੰਦਾ ਹੈ। So all the Indian should try to glorify the motherland। ਇਸ ਤੋਂ ਬਾਅਦ ਆ ਗਿਆ Makhan sat and dash in the corner। Makhan sat and sulked in the corner। Fatik was not dash by Makhan's entice। Fatik was not amused by Makhan's entice। Mother was dash at Fatik's ways। Mother was distressed। Fatik's patience was already। Fatik's patience was already exhausted। Fatik's aunt constantly dash him, despised him। One day he dashed his patience। One day he lost his patience। सो ये ਜਿਹੜਾ ਹੈ ਗ੍ਰਾਮਰ ਦੇ ਤੌਰ ਤੇ ਆਪਾਂ ਕਰਨਾ ਸੀਗਾ, ਸੌਰੀ ਵਰਬ ਦੇ ਤੌਰ ਤੇ ਕਰੈਕਟ ਵਰਬ ਦੀ ਫਾਰਮ ਜਿਹੜੀ ਉਹ ਆਪਾਂ ਲਾਉਣੀ ਸੀਗੀ। ਉਸ ਤੋਂ ਬਾਅਦ ਨੈਕਸਟ ਹੈਗਾ ਹੈ fill in the blanks with suitable articles। dash ਗੰਗਾ is dash sacred river। ਜਿਹੜੀ ਗੰਗਾ ਹੈ ਉਹ ਇੱਕ ਪਵਿੱਤਰ ਨਦੀ ਹੈ। ਸੋ ਆਏਗਾ the ਗੰਗਾ is a sacred river। ਪਹਿਲਾਂ ਦਾ ਆਏਗਾ ਕਿਉਂਕਿ ਕਿਸੇ ਵੀ ਨਦੀ ਦੇ ਨਾਲ ਸਮੁੰਦਰ ਦੇ ਨਾਲ ਆਪਾਂ ਦ ਲਾਉਂਦੇ। the ਗੰਗਾ is a sacred river। he reads dash the bible। he reads the bible ਕਿਸੇ ਵੀ ਧਾਰਮਿਕ ਗ੍ਰੰਥ ਦੇ ਨਾਲ ਵੀ ਆਪਾਂ ਦ ਲਾਵਾਂਗੇ। he reads the bible every day। the man struck the match। where is dash money to come from। where is the money to come from ਕਿ ਪੈਸਾ ਕਿੱਥੋਂ ਆਊਗਾ, the money। he began dash series of experiments। he began the series of experiments ਕਿ ਆ ਆਊਗਾ। ਸੋ ਇੱਥੇ ਆ ਆਊਗਾ he began a series of experiment, ਇੱਥੇ ਇਹ ਆਊਗਾ। I was on dash official visit ਕਿ ਮੈਂ official visit ਤੇ ਸਾਂ, ਸਰਕਾਰੀ visit ਤੇ ਸਾਂ। I was on an official visit। there was dash elephant on the road ਕਿ road ਉੱਪਰ ਹਾਥੀ ਹੈ। so there is an elephant on the road। ਉਸ ਤੋਂ ਬਾਅਦ ਆ ਗਿਆ fill in the blanks with the passive form of the verbs ਕਿ ਆਪਾਂ ਜਿਹੜੀ ਦਿੱਤੇ ਨੇ ਤੁਹਾਨੂੰ, ਤੁਸੀਂ ਬੁੱਕ ਤੁਹਾਡੇ ਕੋਲ ਹੈਗੀ ਆ, ਉੱਥੇ ਚੈੱਕ ਕਰ ਲਿਓ ਕਿ ਪੈਸਿਵ ਫਾਰਮ ਜਿਹੜੀ ਆਪਾਂ ਉਹ ਯੂਜ਼ ਕਰਨੀ ਹੈ। ਚਿਲਡਰਨ ਆਰ ਮੇਕਿੰਗ ਨੋਇਸ ਬੱਚੇ ਰੌਲਾ ਪਾ ਰਹੇ ਨੇ। ਪ੍ਰਿੰਸੀਪਲ ਵਾਸ ਡੈਸ਼ ਥੱਲੇ ਲਿਖਿਆ ਹੈ ਇਨਫੋਰਮ। ਤੁਸੀਂ ਇਹਦੀ ਪੈਸਿਵ ਫਾਰਮ ਲਾਉਣੀ ਹੈ, ਜਿਹੜਾ ਪ੍ਰੋਪਰ ਵਰਬ ਥਰਡ ਵਰਬ ਹੈ ਉਹ ਉੱਥੇ ਲਾਉਣਾ। ਦ ਪ੍ਰਿੰਸੀਪਲ ਵਾਸ ਇਨਫੋਰਮਡ, ਥਰਡ ਵਰਬ ਆ ਗਿਆ, ਪੈਸਿਵ ਬਣ ਗਿਆ। ਦ ਲੈਟਰ ਸ਼ੁੱਡ ਡੈਸ਼ ਪੋਸਟ। ਹੁਣ ਲੈਟਰ ਸ਼ੁੱਡ ਆ ਗਿਆ, ਜਦੋਂ ਆਪਾਂ ਪੈਸਿਵ ਫਾਰਮ 'ਚ ਵਰਤਾਂਗੇ ਤਾਂ ਸ਼ੁੱਡ ਨਾਲ ਬੀ ਥਰਡ ਫਾਰਮ ਲਾਵਾਂਗੇ। ਸੋ ਬਣ ਜੂਗਾ ਦ ਲੈਟਰ ਸ਼ੁੱਡ ਬੀ ਪੋਸਟ, ਦ ਲੈਟਰ ਕੈਨ ਬੀ ਪੋਸਟਡ, ਦ ਲੈਟਰ ਸ਼ੁੱਡ ਬੀ ਪੋਸਟਡ, ਦ ਲੈਟਰ ਵਿਲ ਬੀ ਪੋਸਟਡ। ਜੋ ਜੇਕਰ ਵਿਲ ਆ ਗਿਆ ਤਾਂ ਵਿਲ ਵੀ ਬਣ ਜੂਗਾ, ਜੇਕਰ ਸ਼ੁੱਡ ਹੈ ਤਾਂ ਸ਼ੁੱਡ ਵੀ ਬਣ ਜੂਗਾ। ਸੋ ਦ ਲੈਟਰ ਸ਼ੁੱਡ ਬੀ ਪੋਸਟਡ। ਹੀ ਇਜ਼ ਨਾਟ ਵੈਲ, ਹੀ ਡੈਸ਼ ਟੂ ਦ ਹਸਪੀਟਲ। ਹੀ ਇਜ਼ ਨਾਟ ਵੈਲ, ਉਹ ਠੀਕ ਨਹੀਂ ਹੈ। he should be taken to the hospital, he should be taken to the hospital। the child is crying, it should be helped। it is getting dark, the shop would be closed ਕਿ ਜਿਹੜੀ ਦੁਕਾਨ ਹੈ ਉਹ ਬੰਦ ਹੋ ਗਈ ਹੋਵੇਗੀ। ਸੋ ਇਹ ਜਿਹੜਾ ਸੀਗਾ ਉਹ ਆਪਣਾ ਪੈਸਿਵ ਫਾਰਮ ਦੀ ਜਿਹੜੀ ਆਪਾਂ ਵਰਤੋਂ ਕਰਨੀ